ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਇੱਕ ਵੱਡਾ ਵਜ਼ੀਰ ਡੀਜੀਪੀ ਦਾ ਅਸਤੀਫਾ ਮੰਗਦਾ ਐਸਐਸਪੀ ਦੀ ਬਦਲੀ ਕਰਾਉਂਦਾ, ਲੋਕ ਪ੍ਰੈਸ਼ਰ ਅੱਗੇ ਆਪ ਬਦਲ ਗਿਆ। ਅੱਗੇ ਗੱਲ ਤੋਰਾਂਗੇ। ਇਸ ਤੋਂ ਪਹਿਲਾਂ ਅਕਾਲੀਆਂ ਦਾ ਇੱਕ ਦਿਓ ਕੱਦ ਆਗੂ ਫਸ ਗਿਆ ਤੇ ਤੀਜੇ ਨੰਬਰ ਤੇ ਕਾਂਗਰਸ ਦਾ ਇੱਕ ਵੱਡਾ ਲੀਡਰ ਕੇਜਰੀਵਾਲ ਤੋਂ ਸਾਫਾ ਪਵਾ ਗਿਆ ਜੇ। ਨਵਜੋਤ ਸਿੰਘ ਸਿੱਧੂ ਤੀਜੇ ਚੌਥੇ ਦਿਨ ਅੱਜ ਪਹਿਲੀ ਮੀਟਿੰਗ ਕਰਕੇ ਉਹ ਗਏ ਮੁੱਦੇ ਐਡਰੈਸ ਕਰਨੇ ਅਜੇ ਬਾਕੀ ਨੇ। ਲੇਕਿਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣ 3 ਕਮਿਸ਼ਨ ਤੇ ਬੇਸ਼ੁਮਾਰ SITs ਤੋਂ ਬਾਅਦ ਵਿੱਚ CBI, ਹੁਣ ਉਹ ਆਖਦੇ ਨੇ ਇਨਸਾਫ ਅਸੀਂ ਆਪ ਕਰ ਲਾਂਗੇ, ਆਪਣੀ ਕਮੇਟੀ ਬਣਾ ਲਾਂਗੇ, ਸਾਨੂੰ ਕੋਈ ਉਮੀਦ ਨਹੀਂ। ਤੇ ਜਿਹੜੇ ਬਾਦਲ ਕੇ ਰਾਜ ਭਾਗ ਦੇ ਵਿੱਚ ਸੀ ਜਦੋਂ ਘਟਨਾਵਾਂ ਵਾਪਰੀਆਂ, ਉਹ ਤਾਂ ਇਹਨੂੰ CBI ਨੂੰ ਦੇ ਗਏ ਸੀਗੇ ਤੇ ਉਸ ਤੋਂ ਬਾਅਦ ਕਿਸੇ ਕਮਿਸ਼ਨ ਨੂੰ ਮੰਨਿਆ ਹੀ ਨਹੀਂ। ਸਿੰਘ ਸਾਹਿਬ ਇੱਕ ਔਖਾ ਸਵਾਲ ਪਾ ਰਹੇ ਆ, ਇੱਕ ਲੋਕ ਵੀ ਸਵਾਲ ਕਰ ਰਹੇ ਆ ਕਿ ਬਚ ਕੇ ਨਿਕਲਣ ਜਾਂ ਬਚਾ ਕੇ ਨਿਕਲਣ ਦਾ ਰਸਤਾ ਤਾਂ ਨਹੀਂ ਅਪਣਾਇਆ ਜਾ ਰਿਹਾ। ਬਹੁਤ ਸਾਰੇ ਸਵਾਲ ਨੇ, ਮੁੜਦੇ ਆ। ਜੇ ਸ਼ੁਰੂ ਕਰੀਏ, ਕਿਸਾਨਾਂ ਨੇ ਵਿਰੋਧ ਕਾਹਦਾ ਕਰਤਾ? ਪੰਗੇ ਪੈ ਗਏ। ਇਹਨੂੰ ਕਹਿੰਦੇ ਆ ਵਿਰੋਧ, ਇਹਨੂੰ ਕਹਿੰਦੇ ਲੋਕਾਂ ਦੀ ਤਾਕਤ। ਕੱਲ ਤੱਕ ਜਿਹੜਾ ਵੱਡਾ ਵਜ਼ੀਰ ਕਿਸਾਨਾਂ ਦੇ ਨਾਂ ਦੇ ਉੱਤੇ DGP ਦੇ ਦਿਵਾਲੇ ਸੀ, ਅੱਜ ਉਹ ਇੱਕ DSP ਨੂੰ ਚਿੱਠੀ ਲਿਖ ਕੇ ਸੰਤੁਸ਼ਟ ਹੋ ਰਿਹਾ। ਕੀ ਕਹਿੰਦੇ ਹੋ? ਜਦ ਚਮਕੌਰ ਸਾਹਿਬ ਸਿੱਧੂ ਉਹਨਾਂ ਗਏ ਸੀਗੇ, ਭਾਵੇਂ ਉਹ ਤਾਜਪੋਸ਼ੀ ਤੋਂ ਅਗਲੇ ਦਿਨ ਚੰਨੀ ਉਹਨਾਂ ਦਾ ਧੰਨਵਾਦ ਕਰਨ ਗਏ ਸੀਗੇ। ਔਰ ਉਹ ਕਿਉਂ ਧੰਨਵਾਦ ਕਰਨ ਗਏ ਸੀ, ਅਸੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਹ ਚੀਜ਼ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਚੰਨੀ ਉਹਨਾਂ ਨੇ ਇੱਕ ਕਵਾਇਦ ਚੱਲ ਕੇ ਸਿੱਧੂ ਉਹਨਾਂ ਨੂੰ ਤਾਜਪੋਸ਼ੀ ਤੱਕ ਪਹੁੰਚਾਇਆ। ਉਸ ਗੱਲ ਦੀ ਮੋੜਨੀ ਵਾਸਤੇ ਉਹ ਚਮਕੌਰ ਸਾਹਿਬ ਜਾਂਦੇ ਨੇ। ਚਮਕੌਰ ਸਾਹਿਬ ਗੁਰਦੁਆਰੇ ਸਾਹਿਬ ਮੱਥਾ ਟੇਕਣ ਜਾਂਦੇ ਨੇ ਤੇ ਉੱਥੇ ਉਹਨਾਂ ਦਾ ਵਿਰੋਧ ਹੋ ਜਾਂਦਾ ਹੈ ਕਿਸਾਨਾਂ ਦਾ ਜੀ। ਉਹ ਖਾਸ ਕਰਕੇ ਵਿਰੋਧ ਇਸ ਕਰਕੇ ਹੁੰਦਾ ਹੈ ਕਿ ਜਦ ਆਪਣੇ ਤਾਜਪੋਸ਼ੀ ਦੇ ਭਾਸ਼ਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਕਿਸਾਨਾਂ ਦਾ ਮੁੱਦਾ ਛੇੜਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਪਿਆਸਾ ਕੂਏ ਕੋਲ ਆਉਂਦਾ ਹੈ, ਕੂਆ ਪਿਆਸੇ ਕੋਲ ਨਹੀਂ ਜਾਂਦਾ। ਯਾਨੀ ਉਹ ਕਹਿ ਰਹੇ ਸੀ ਮੈਨੂੰ ਆ ਕੇ ਮਿਲਣ ਔਰ ਮੈਂ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਨੂੰ ਉਹਨਾਂ ਦੇ ਮੁੱਦਿਆਂ ਤੇ ਕਿੱਦਾਂ ਤਾਕਤ ਬਣਾਇਆ ਜਾ ਸਕਦਾ ਜਾਂ ਤਾਕਤ ਦਿੱਤੀ ਜਾ ਸਕਦੀ ਹੈ, ਉਹਨਾਂ ਮੁੱਦਿਆਂ ਤੇ ਚਰਚਾ ਕਰਕੇ ਇਹ ਕੰਮ ਆਪਾਂ ਕਰਾਂਗੇ। ਖੈਰ ਇੱਕ ਗੱਲ ਹੋਰ ਵੀ ਕਹੀ ਸੀ, ਮੈਂ ਨੰਗੇ ਪੈਰ ਜਾਣ ਨੂੰ ਤਿਆਰ ਹਾਂ, ਪਰ ਚਲੋ ਉਹ ਵਿਰੋਧ ਹੋਇਆ। ਵਿਰੋਧ ਤੋਂ ਬਾਅਦ ਚੰਨੀ ਉਹਨਾਂ SSP ਦੇ ਖਿਲਾਫ ਇੱਕ ਲੈਟਰ ਲਿਖਦੇ ਨੇ। ਇੱਕ ਖਬਰ ਲੱਗਦੀ ਹੈ ਅੱਜ ਕਿ SSP ਨੇ ਜਾਣ ਬੂਝ ਕੇ ਇਸ ਵਿਰੋਧ ਨੂੰ ਹੋਣ ਦਿੱਤਾ। ਜੇ ਉਹ ਚਾਹੁੰਦੇ ਤੇ ਇਸ ਵਿਰੋਧ ਨੂੰ ਟਾਲਿਆ ਜਾ ਸਕਦਾ ਸੀਗਾ। ਉਹਨਾਂ ਨੂੰ ਪਤਾ ਸੀਗਾ ਕਿ ਇਹ VIP ਮੂਵਮੈਂਟ ਹੈਗੀ ਹੈ ਤੇ ਉੱਥੇ ਜਿਹੜੇ ਕਿਸਾਨ ਵਿਰੋਧ ਕਰਨ ਆਏ ਸੀ ਉਹਨਾਂ ਨੂੰ ਸਿੱਧੂ ਦੀ ਗੱਡੀ ਦੇ ਕੋਲ ਤੱਕ ਆਉਣ ਦਿੱਤਾ ਗਿਆ ਔਰ ਉਹ SSP ਦਾ ਟ੍ਰਾਂਸਫਰ ਤੱਕ ਮੰਗ ਲੈਂਦੇ ਨੇ। ਪਰ ਅੱਜ ਅਚਾਨਕ ਉਹ U-turn ਲੈਂਦੇ ਨੇ ਜਦ ਕੁਝ ਕਿਸਾਨ ਆਗੂਆਂ ਦੇ ਖਿਲਾਫ, ਕਿਸਾਨ ਵਰਕਰਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਜਦ ਕੇਸ ਹੋ ਜਾਂਦਾ ਹੈ ਤੇ ਉਹ ਕਹਿੰਦੇ ਨੇ ਕਿ ਵੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਕੇਸ ਰੱਦ ਹੋਣ ਔਰ ਇਮੀਡੀਏਟਲੀ ਉਹ ਸਾਰੀ FIRਾਂ ਰੱਦ ਹੋਣ, ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹਿਤੀ ਸੀ ਕਿ ਹੁਣ ਸਿੱਧੂ ਉਹਨਾਂ ਦਾ ਤੇ ਚੰਨੀ ਉਹਨਾਂ ਦਾ ਘਿਰਾਵ ਕੀਤਾ ਜਾਏਗਾ। ਉਸ ਘਿਰਾਵ ਤੋਂ ਡਰਦੇ ਹੋਏ, ਕਿਉਂਕਿ BJP ਦੇ ਆਗੂਆਂ ਦਾ ਹਾਲ ਕਾਂਗਰਸੀ ਦੇਖ ਚੁੱਕੇ ਨੇ, ਜਦ ਕਿਸਾਨ ਕਿਸੇ ਆਗੂ ਦਾ ਘਿਰਾਵ ਕਰਦੇ ਨੇ ਤੇ ਇੱਥੇ ਤੱਕ ਕਿ ਕਪੜ ਤੱਕ ਲਾਏ ਜਾਂਦੇ ਨੇ। ਔਰ ਉਸ ਵਿਰੋਧ ਤੋਂ ਡਰਦੇ ਹੋਏ, ਉਹ ਜਿਹੜਾ ਅਬੋਹਰ ਵਾਲਾ ਇੰਸੀਡੈਂਟ ਸੀ ਉਸ ਤੋਂ ਡਰਦੇ ਹੋਏ ਚੰਨੀ ਉਹਨਾਂ ਫਟਾਫਟ ਇੱਕ DSP ਨੂੰ ਚਿੱਠੀ ਲਿਖਦੇ ਨੇ। ਪਹਿਲੇ ਉਹ SSP ਦਾ ਵਿਰੋਧ ਕਰਦੇ ਨੇ, ਫਿਰ DSP ਨੂੰ ਚਿੱਠੀ ਲਿਖਦੇ ਨੇ ਕਿ ਵੀ ਹੁਣ ਤੋਂ ਉਹ ਸਾਰੇ ਜਿਹੜੇ ਮੁਕੱਦਮੇ ਕਿਸਾਨਾਂ ਦੇ ਖਿਲਾਫ ਸਾਡੇ ਵਿਰੋਧ ਕਰਕੇ ਕੀਤੇ ਗਏ ਨੇ ਉਹਨਾਂ ਨੂੰ ਖਾਰਿਜ ਸਮਝਿਆ ਜਾਏ। ਇਹ ਕਿਸੇ ਨਾ ਕਿਸੇ ਜਗ੍ਹਾ ਉਸ ਵਿਰੋਧ ਦਾ ਡਰ ਨਜ਼ਰ ਆਉਂਦਾ ਹੈ, ਜਿਹਦੇ ਕਰਕੇ ਉਹਨਾਂ ਨੇ ਇੰਨੀ ਛੇਤੀ ਪਲਟੀ ਮਾਰੀ। ਇਹ ਤੁਹਾਡੀ ਗੱਲ ਠੀਕ ਹੈ। ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਤਾਂ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕਿਸੇ ਤੋਂ ਵੀ ਮੰਨਦੇ ਨਹੀਂ ਸੀ, ਕਹਿੰਦੇ ਸੀ ਇਹ ਦੌਰ ਦੇ ਵਿੱਚ ਨਰਿੰਦਰ ਮੋਦੀ ਤੋਂ ਤਾਕਤਵਰ ਕੋਈ ਨਹੀਂ। ਲੇਕਿਨ ਇੱਕ ਮੌਕੇ ਤੇ ਇਸ ਤਾਕਤ ਨੇ ਉਹਨਾਂ ਨੂੰ ਵੀ ਗੋਡਿਆਂ ਭਾਰ ਕਰਤਾ ਸੀ। ਕਈ ਰਾਉਂਡ ਦੀ ਗੱਲਬਾਤ ਚਲਾਉਣ ਤੇ ਮਜਬੂਰ ਹੋ ਗਏ ਸੀ। ਹਾਲਾਂਕਿ ਉਹਨਾਂ ਦੇ ਮਨ 'ਚ ਭੋਰਾ ਦਰਦ ਨਹੀਂ ਸੀ ਕਿਸਾਨੀ ਦਾ। ਉਹ ਸਮਝਦੇ ਸੀ ਕਿ ਇਹ ਬਿੱਲ ਰੱਦ ਨਹੀਂ ਕਰਨੇ, ਲੇਕਿਨ ਜੋ ਮਰਜ਼ੀ ਆ, ਗਲਤੀ 26 ਜਨਵਰੀ ਨੂੰ ਹੁੰਦੀ ਆ। ਕੁਝ ਲੋਕ ਡਿਸਿਪਲਿਨ ਭੰਗ ਕਰ ਦਿੰਦੇ ਆ ਔਰ ਉੱਥੋਂ ਕਿਸਾਨੀ ਮੂਵਮੈਂਟ ਦੇ ਵਿੱਚ ਇੱਕ ਮੋੜ ਆਉਂਦਾ। ਲੇਕਿਨ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਸ ਭਾਅ ਵਿਕਦੀ ਆ ਜਦੋਂ ਲੋਕ ਇਕੱਠੇ ਹੋ ਜਾਂਦੇ ਆ। ਇਹ ਇੱਕ ਦਿਲਚਸਪ ਵਰਤਾਰਾ ਹੈ, ਚੰਗਾ ਹੈ। ਪੋਲੀਟੀਸ਼ੀਅਨਸ ਨੂੰ ਵੀ ਕੋਈ ਘੱਟੋ ਘੱਟ ਕਹਿੰਦੇ ਹੁੰਦੇ ਨਾ
ਕਿ ਭੂਤਰੇ ਸਾਹਨ ਦੇ ਸਿੰਘਾਂ ਨੂੰ ਹੱਥ ਕੋਈ ਨਹੀਂ ਪਾਉਂਦਾ, ਤੇ ਸੱਚਮੁੱਚ ਇਹ ਸਾਡੀ ਸਿਆਸਤ ਭੂਤਰੇ ਸਾਹਨ ਵਰਗੀ ਆ, ਇਹਦੇ ਸਿੰਘਾਂ ਨੂੰ ਹੱਥ ਕਿਸਾਨਾਂ ਨਹੀਂ ਪਾਇਆ। ਕੋਈ ਵੀ ਪਾਰਟੀ ਤੇ ਕੋਈ ਵੀ ਲੀਡਰ ਇਹਨਾਂ ਦਾ ਵਿਰੋਧ ਬਰਦਾਸ਼ਤ ਨਹੀਂ ਕਰਦਾ। ਅੱਜ ਕੱਲ ਸਿੱਧੂ ਸਾਹਿਬ ਵੀ ਸਫਾਈਆਂ ਦਿੰਦੇ ਫਿਰਦੇ। ਵੈਸੇ ਮੈਨੂੰ ਦੱਸਿਓ ਜ਼ਰਾ ਕਿ ਅਕਾਲੀਆਂ ਦਾ ਵੀ ਇੱਕ ਦਿਓਕਦ ਲੀਡਰ ਫਸ ਗਿਆ, ਅਖੇ ਲੁੱਕ ਆਊਟ ਨੋਟਿਸ ਜਾਰੀ ਹੋ ਗਿਆ। ਇਹ ਮੈਨੂੰ ਸਮਝਾਇਓ ਜ਼ਰਾ, ਮੇਰੀ ਤਾਂ ਅੰਗਰੇਜ਼ੀ ਉਦਾਂ ਦੀ ਆ। ਇਹ ਲੁੱਕ ਆਊਟ ਕੀ ਹੁੰਦਾ? ਬੰਦਾ ਤਾਂ ਸਾਹਮਣੇ ਕੰਪੇਨ ਕਰਦਾ ਫਿਰਦਾ, ਤੁਸੀਂ ਉਹਦੇ ਖਿਲਾਫ ਲੁੱਕ ਆਊਟ ਕੱਢ ਦਿੰਦੇ ਹੋ। ਇਹ ਵਿਰੋਧਾਭਾਸ ਜਿਹਾ ਨਹੀਂ, ਇਹ ਪੈਰਾਡੌਕਸ, ਇਹ ਕੰਟਰਾਡਿਕਸ਼ਨ ਤੁਹਾਨੂੰ ਕੀ ਲੱਗਦਾ? ਦੇਖੋ, ਇਸ ਤੋਂ ਪਹਿਲੇ ਤੁਸੀਂ ਮਨਜੀਤ ਸਿੰਘ ਜੀਕੇ ਅਕਾਲੀਆਂ ਦੇ ਬਹੁਤ ਵੱਡੇ ਲੀਡਰ ਹੁੰਦੇ ਸੀ, ਜਿਹੜੀ ਦਿੱਲੀ ਦੇ ਵਿੱਚ ਗੁਰਦੁਆਰਿਆਂ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ। ਅਕਾਲੀ ਦਲ ਨੂੰ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਜਿੱਤ ਦਿਲਾਈ। ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਐਲੀਗੇਸ਼ਨ ਲੱਗਦੇ ਨੇ ਕਰਪਸ਼ਨ ਦੇ, ਔਰ ਇਲੈਕਸ਼ਨ ਜਿਹੜੇ ਐਲੀਗੇਸ਼ਨ ਲੱਗਦੇ ਨੇ ਉਹ ਮੁੱਖ ਤੌਰ ਤੇ ਜਿਹੜੇ ਸਿਰਸਾ ਸਾਹਿਬ ਨੇ, ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਉਹਨਾਂ ਨੇ ਲਾਏ ਸੀਗੇ। ਕਾਫੀ ਬਹਿਸੋਬਾਜ਼ੀ ਹੋਈ। ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਉਹਨਾਂ ਨੇ ਅਸਤੀਫਾ ਦਿੱਤਾ, ਔਰ ਅੱਜ ਉਹ ਅਕਾਲੀ ਦਲ ਦੇ ਸਭ ਤੋਂ ਵੱਡੇ ਦੁਸ਼ਮਣ ਖਾਸ ਕਰਕੇ ਦਿੱਲੀ ਦੇ ਵਿੱਚ ਉੱਭਰ ਕੇ ਆਏ ਨੇ। ਕਿਹਾ ਇਹ ਵੀ ਜਾਂਦਾ ਸੀਗਾ ਕਿ ਮਨਜੀਤ ਸਿੰਘ ਜੀਕੇ ਨੂੰ ਬੀਜੇਪੀ ਦੀ ਸਪੋਰਟ ਹੈਗੀ ਹੈ। ਚਲੋ, ਉਸ ਟਾਈਮ ਬੀਜੇਪੀ ਦੀ ਔਰ ਅਕਾਲੀ ਦਲ ਦੇ ਰਿਸ਼ਤੇ ਕੋਈ ਬਹੁਤ ਜ਼ਿਆਦਾ ਖਰਾਬ ਨਹੀਂ ਸੀਗੇ। ਭਾਵੇਂ ਇਲੈਕਸ਼ਨ ਦੇ ਵਿੱਚ ਹਰਿਆਣਾ ਦੇ ਵਿੱਚ ਜਦ ਟਿਕਟ ਇੱਕ ਵੀ ਨਹੀਂ ਦਿੱਤੀ ਸੀਗੀ ਅਕਾਲੀ ਦਲ ਨੂੰ, ਤਦ ਵੀ ਰਿਸ਼ਤੇ ਖਰਾਬ ਹੋਣ ਦੀ ਨੌਬਤ ਨਹੀਂ ਆਈ ਸੀ। ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਅਕਾਲੀ ਦਲ ਨੂੰ ਬਹੁਤੀ ਤਵੱਜੋ ਬੀਜੇਪੀ ਨੇ ਨਹੀਂ ਦਿੱਤੀ ਸੀ, ਤਾਂ ਵੀ ਉਹਨਾਂ ਨੇ ਠੰਡੇ ਪਾਣੀ ਨਾਲ ਨਹਾਣਾ ਬਰਦਾਸ਼ਤ ਕਰ ਲਿਆ ਸੀਗਾ। ਮੁੱਦੇ ਦੇ ਉੱਤੇ ਔਰ ਖਾਸ ਕਰਕੇ ਰਿਲੀਜੀਅਸ ਅਫੇਅਰਸ ਜਿਹੜੇ ਦਿੱਲੀ ਹੈਗੇ ਨੇ, ਉਹ ਸੇਮ ਐਲੀਗੇਸ਼ਨ, ਉਹੀ ਕਰਪਸ਼ਨ ਦੇ ਐਲੀਗੇਸ਼ਨ, ਉਹੀ ਗੋਲਕ ਦੀ ਹੇਰਾਫੇਰੀ ਦੇ ਇਲਜ਼ਾਮ ਹੁਣ ਸਿਰਸਾ ਸਾਹਿਬ ਤੇ ਵੀ ਲੱਗੇ ਨੇ। ਇੱਥੇ ਤੱਕ ਕਿ ਕੋਰਟ ਨੇ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਤਾ। ਲੁੱਕ ਆਊਟ ਨੋਟਿਸ ਜਾਰੀ ਤਕਰੀਬਨ ਵੱਡੇ ਮੁਜਰਮਾਂ ਦੇ ਖਿਲਾਫ ਹੁੰਦਾ ਹੈ। ਨਾਰਮਲੀ ਕੋਈ ਡਰੱਗ ਦੇ ਕੇਸ ਦੇ ਵਿੱਚ ਹੋਏ ਜਾਂ ਕੋਈ ਬਹੁਤ ਵੱਡਾ ਫਰਾਡ ਕੀਤਾ ਹੋਏ। ਈਵਨ ਨੀਰਵ ਮੋਦੀ ਉਹਨਾਂ ਦੇ ਖਿਲਾਫ ਵੀ ਲੁੱਕ ਆਊਟ ਨੋਟਿਸ ਤਦ ਤੱਕ ਜਾਰੀ ਨਹੀਂ ਹੋਇਆ ਸੀਗਾ ਜਦ ਤੱਕ ਉਹ ਦੇਸ਼ ਤੋਂ ਬਾਹਰ ਚਲੇ ਗਏ ਸੀਗੇ। ਪਰ ਸਿਰਸਾ ਉਹਨਾਂ ਦੇ ਖਿਲਾਫ ਪਹਿਲੇ ਉਹਨਾਂ ਨੂੰ ਕੋਰਟ ਨੇ ਹਿਦਾਇਤ ਦਿੱਤੀ ਕਿ ਤੁਸੀਂ ਦਿੱਲੀ ਛੱਡ ਕੇ ਬਾਹਰ ਨਹੀਂ ਜਾ ਸਕਦੇ। ਫਿਰ ਬਾਹਰ ਹਜੇ ਗਏ ਨਹੀਂ ਸੀਗੇ, ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋਣਾ ਆਪਣੇ ਆਪ ਵਿੱਚ ਹੀ ਪ੍ਰਾਈਮਾ ਫੇਸੀ ਤੌਰ ਤੇ ਉਹਨਾਂ ਨੂੰ ਦੋਸ਼ੀ ਮੰਨ ਲਿਆ ਗਿਆ। ਔਰ ਜਦ ਤੁਸੀਂ ਧਾਰਮਿਕ ਪੋਲਿਟਿਕਸ ਕਰਦੇ ਹੋ, ਧਾਰਮਿਕ ਪੋਲਿਟਿਕਸ ਮੈਂ ਕਹਿ ਰਿਹਾ, ਉਹਦੇ ਵਿੱਚ ਤੁਹਾਡੇ ਉੱਤੇ ਇਲਜ਼ਾਮ ਲੱਗ ਜਾਣ, ਕੋਰਟਾਂ ਨੇ ਉਹਦਾ ਕੋਗਨੀਜੈਂਸ ਲੈ ਲਿਆ ਹੋਏ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਨੈਤਿਕ ਤੌਰ ਤੇ ਉਸ ਲੀਡਰ ਨੂੰ, ਉਸ ਧਾਰਮਿਕ ਆਗੂ ਨੂੰ ਚਾਹੀਦਾ ਹੈ ਕਿ ਮੈਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ, ਜਦ ਤੱਕ ਮੈਂ ਕੋਰਟ ਤੋਂ ਪਾਕ ਸਾਫ਼ ਹੋ ਕੇ ਸਾਬਿਤ ਨਹੀਂ ਆਉਂਦਾ ਤਦ ਤੱਕ ਮੈਂ ਕਿਸੇ ਵੀ ਚੇਅਰ ਦੇ ਉੱਤੇ ਨਹੀਂ ਬੈਠੂੰਗਾ, ਔਰ ਮੈਂ ਕੋਰਟਾਂ ਤੋਂ ਆਪਣੇ ਆਪ ਨੂੰ ਬਰੀ ਕਰਵਾ ਕੇ ਉਸ ਤੋਂ ਬਾਅਦ ਹੀ ਕਿਸੇ ਵੀ ਤਰੀਕੇ ਦੀ ਧਾਰਮਿਕ ਰਾਜਨੀਤੀ ਨਹੀਂ ਸ਼ੁਰੂ ਕਰਾਂਗਾ। ਪਰ ਹੁਣ ਤੇ ਖੈਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨ ਵੀ ਡਿਕਲੇਅਰ ਹੋ ਗਏ ਨੇ। 23 ਅਗਸਤ ਨੂੰ ਇਲੈਕਸ਼ਨ ਨੇ। ਉਸ ਤੋਂ ਪਹਿਲੇ ਇਹ ਲੁੱਕ ਆਊਟ ਨੋਟਿਸ ਅਕਾਲੀ ਦਲ ਨੂੰ ਕੋਈ ਰਫੜ ਤੇ ਪੈ ਗਿਆ ਜੀ। ਇਹ ਠੀਕ ਹੈ, ਇਹ ਇਲਾਵਾ ਕੋਈ ਇੱਦਾਂ ਦਾ ਕੋਈ ਵੱਡਾ ਲੀਡਰ ਨਹੀਂ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਿੱਚ ਉਤਾਰਿਆ ਜਾ ਸਕੇ। ਪਰ ਹੁਣ ਅੱਗੇ ਚੱਲ ਕੇ ਕੀ ਹੁੰਦਾ ਹੈ, ਇਹ ਵੀ ਬੜਾ ਇੱਕ ਇੰਟਰਸਟਿੰਗ ਹੋਏਗਾ ਕਿ ਸਿਰਸਾ ਉਹਨਾਂ ਅਸਤੀਫਾ ਦਿੰਦੇ ਨੇ, ਸਿਰਸਾ ਉਹਨਾਂ ਇਸ ਮੁੱਦੇ ਤੇ ਕੋਰਟ 'ਚ ਲੜਦੇ ਨੇ ਜਾਂ ਫਿਰ ਪੋਲਿਟਿਕਸ ਦੇ ਵਿੱਚ ਲੜਦੇ ਨੇ। ਉਹ ਬੀਜੇਪੀ ਦੇ ਐਮਐਲਏ ਰਹੇ ਨੇ, ਔਰ ਬੀਜੇਪੀ ਕਿੰਨਾ ਕੁ ਸਾਥ ਦੇ ਰਹੀ ਹੈ ਉਹਨਾਂ ਦਾ, ਉਹ ਇਸ ਨੋਟਿਸ ਦੇ ਰਾਹੀਂ ਜ਼ਾਹਿਰ ਹੁੰਦਾ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੂੰ ਦੋਸ਼ੀ ਮੰਨ ਲਿਆ ਗਿਆ। ਬਿਲਕੁਲ ਠੀਕ ਹੈ ਤੁਹਾਡੀ ਗੱਲ ਭਾਸਕਰ ਸਾਹਿਬ, ਕਿ ਉਹਨਾਂ ਕੋਲ ਜਿਹੜਾ ਬਾਦਲ ਕਿਆਂ ਕੋਲੇ ਉੱਥੇ ਕੋਈ ਵੱਡਾ ਦਿਓਕਦ ਆਗੂ ਹੋਰ ਨਹੀਂ ਬਚਿਆ। ਅਵਤਾਰ ਸਿੰਘ ਹਿੱਤ ਪਹਿਲਾਂ ਹੀ ਨਿਪਟਾਤੇ ਗਏ, ਭਾਵੇਂ ਉਹਨਾਂ ਨੂੰ ਇੱਕ ਅਹੁਦਾ ਤਾਂ ਮਿਲਿਆ ਹੋਇਆ, ਪਰ ਉਹ ਦਿੱਲੀ ਦੀ ਉਹਨਾਂ ਦੀ ਜਿਹੜੀ ਹੋਮ ਗਰਾਊਂਡ ਆ ਉਹ ਤੋਂ ਬਾਹਰ ਦਾ ਹੈ, ਜਿੱਥੇ ਉਹ ਖੇਡਣਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਕਹਿੰਦੇ ਉੱਥੇ ਜਾ ਕੇ ਖੇਡੋ। ਇਹ ਸੱਚ ਗੱਲ ਆ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਇਹ ਸਾਰਾ ਘਟਨਾਕ੍ਰਮ ਹੈ ਇਲੈਕਸ਼ਨ ਦੇ ਮੂਹਰੇ, ਹਾਲਾਂਕਿ 22 ਜਾਂ 23 ਤਰੀਕ ਦੀ ਅਗਸਤ ਦੀ ਇਲੈਕਸ਼ਨ ਹੈਗੀ ਆ, ਤੁਸੀਂ ਠੀਕ ਕਹਿ ਰਹੇ ਹੋ। ਲੇਕਿਨ ਇੱਕ ਪਹਿਲੂ ਮੈਂ ਕਲੀਅਰ ਕਰ ਦਿਆਂ ਕਿ ਜਦੋਂ ਭਾਸਕਰ ਸਾਹਿਬ ਗੋਲਕ ਚੋਰੀ ਦੀ ਗੱਲ ਕਰਦੇ ਆ, ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਹੇ, ਲੇਕਿਨ ਗੋਲਕ ਦਾ ਮਤਲਬ ਉਹੀ ਹੈ ਕਿ ਤੁਸੀਂ ਗੁਰੂ ਘਰ ਦੀ ਆਸਥਾ ਦੇ ਰੂਪ 'ਚ ਆਏ ਪੈਸੇ ਨੂੰ ਕਿਸੇ ਵੀ ਢੰਗ ਨਾਲ ਜੇਕਰ ਤੁਹਾਡੇ ਤੇ ਇਲਜ਼ਾਮ ਆ ਜਾਂਦਾ ਤੇ ਤੁਹਾਨੂੰ ਮੁੱਢਲੇ ਤੌਰ ਤੇ ਹੀ ਉਹਦੀ ਸੰਬੰਧੀ ਆਪਣੇ ਆਪ ਨੂੰ ਪਾਸੇ ਰੱਖ ਕੇ ਜਾਂਚ ਕਰਾਉਣ ਲਈ ਅੱਗੇ ਵਧਣਾ ਚਾਹੀਦਾ। ਠੀਕ ਕਹਿ ਰਹੇ ਭਾਸਕਰ ਸਾਹਿਬ ਕਿ ਗੁਰੂ ਘਰਾਂ ਦੀ ਕਾਹਦੀ ਸਿਆਸਤ,
ਤੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਦਾ ਵੀ ਕੀ ਮਤਲਬ, ਜਿੱਥੇ 2 ਰੁਪਏ 5 ਰੁਪਏ 10 ਰੁਪਏ 50 ਰੁਪਏ 100 ਰੁਪਏ ਸ਼ਰਧਾ ਅਨੁਸਾਰ ਲੋਕ ਆਪਣਾ ਦਸਵੰਧ ਕੱਢਦੇ ਆ ਜਾਂ ਆਪਣੇ ਮਨ ਦੀ ਭਾਵਨਾ ਅਨੁਸਾਰ ਮੱਥਾ ਟੇਕਦੇ ਆ, ਉੱਥੇ ਕਰਪਸ਼ਨ ਦੀਆਂ ਗੱਲਾਂ ਚੰਗੀਆਂ ਜਿਹੀਆਂ ਨਹੀਂ ਲੱਗਦੀਆਂ। ਅਸੀਂ ਕਿਸੇ ਨੂੰ ਦੋਸ਼ੀ ਵੀ ਨਹੀਂ ਕਹਿ ਰਹੇ ਜਿੰਨਾ ਚਿਰ ਅਦਾਲਤ ਸਿੱਧੇ ਰੂਪ 'ਚ ਉਹਨੂੰ ਕੋਈ ਸਜ਼ਾ ਨਹੀਂ ਕਰ ਦਿੰਦੀ, ਪਰ ਜੋ ਖਬਰਾਂ ਛਪ ਰਹੀਆਂ ਇਹ ਚੰਗੀਆਂ ਨਹੀਂ, ਸਿੱਖ ਸਮਾਜ ਲਈ ਨਹੀਂ ਚੰਗੀਆਂ, ਖਾਸ ਤੌਰ ਤੇ ਬਾਦਲਕਿਆਂ ਲਈ ਤਾਂ ਇਲੈਕਸ਼ਨ ਦੇ ਮੂਹਰੇ ਬਿਲਕੁਲ ਹੀ ਇਹ ਉਹਨਾਂ ਲਈ ਖਤਰੇ ਦੀ ਘੰਟੀ ਆ। ਪਰ ਹਾਂ, ਗੁਰਦੁਆਰਾ ਸਿਆਸਤ ਵਿੱਚ ਇਹ ਠੀਕ ਨਹੀਂ। ਹੁਣ ਮੈਂ ਭਾਸਕਰ ਸਾਹਿਬ ਇੱਕ ਕਦਮ ਅੱਗੇ ਜਾਊਂਗਾ। ਸਿੱਧੂ ਸਾਹਿਬ ਨੇ ਕਿੰਨੇ ਦਿਨਾਂ ਬਾਅਦ ਅੱਜ ਸਾਰੇ ਬੰਦੇ, ਅੱਜ 3 ਦਿਨ ਹੋ ਗਏ ਸ਼ਾਇਦ ਉਹਨਾਂ ਦੀ ਤਾਜਪੋਸ਼ੀ ਨੂੰ, ਉਹਨਾਂ ਨੇ ਅੱਜ ਵਰਕਿੰਗ ਡੇ ਦੇ ਵਿੱਚ 3 ਘੰਟੇ 3.5 ਘੰਟੇ ਮੰਥਨ ਕਰ ਲਿਆ ਅਹੁਦੇਦਾਰਾਂ ਨਾਲ, ਲੇਕਿਨ ਜਾਂਦੇ ਜਾਂਦੇ ਬਹੁਤੀ ਗੱਲ ਕਹਿ ਕੇ ਨਹੀਂ ਗਏ। ਵੈਸੇ ਜ਼ਰੂਰੀ ਵੀ ਨਹੀਂ ਹੁੰਦਾ ਕੁਝ ਕਹਿਣਾ ਵੀ ਹਰ ਵਾਰੀ ਬੋਲ ਕੇ ਜਾਣ, ਪਰ ਇੱਕ ਤਵੱਕੋਂ ਕੀਤੀ ਜਾ ਰਹੀ ਸੀ ਕਿ ਜਿੱਦਾਂ 7-8 ਦਿਨ ਪਹਿਲਾਂ ਡਰੱਗ ਦੇ ਮਾਮਲੇ 'ਚ ਹਾਈ ਕੋਰਟ ਵੱਲੋਂ ਜਿਹੜਾ ਸਭ ਤੋਂ ਚਰਚਿਤ ਪੰਜਾਬ ਦਾ ਡਰੱਗ ਕੇਸ ਸੀਗਾ, ਉਹਦੇ ਵਿੱਚ ਇੱਕ ਟਿੱਪਣੀ, ਸਖਤ ਟਿੱਪਣੀ ਆਈ ਸੀ ਕਿ ਇਨਵੈਸਟੀਗੇਸ਼ਨ ਦੇ ਨਾਂ ਤੇ ਕੁਝ ਨਹੀਂ ਕੀਤਾ ਗਿਆ, ਤੇ ਅਸੀਂ ਜਿਵੇਂ ਉਹ ਚੁਨੀ ਲਾਲ ਗਾਬਾ ਦਾ ਸ਼ਾਇਦ ਮਸਲਾ ਸੀ ਕਿ ਉਹਨਾਂ ਨੂੰ ਅਸੀਂ ਕਾਦਲੀ ਅੰਦਰ ਦੇ ਕੇ ਰੱਖੀਏ, ਉਹਨਾਂ ਨੂੰ ਜ਼ਮਾਨਤ ਦਿੱਤੀ ਕਿ ਨਾਲ ਹੀ ਕਿਹਾ ਗਿਆ ਕਿ ਐਵੇਂ ਅੱਖਾਂ ਭੰਜਾਉਣ ਵਾਲੀ ਕਾਰਵਾਈ ਆ। ਸਿੱਧੂ ਸਾਹਿਬ ਦਾ ਸਭ ਤੋਂ ਮਨਪਸੰਦ ਕੇਸ ਇਹ ਸੀ, ਲੇਕਿਨ ਉਹਨਾਂ ਨੇ ਸਟੇਟਮੈਂਟ ਵੀ ਇੱਥੇ ਜਾਰੀ ਕਰਨੀ ਠੀਕ ਨਹੀਂ ਸਮਝੀ। ਇਹ ਮੈਨੂੰ ਦੱਸਿਓ ਜਰਾ, ਅੱਜ ਸਿੱਧੂ ਸਾਹਿਬ ਦੀ ਜਿਹੜੀ ਇਹ ਸਾਰੀ ਕਵਾਇਦ ਇਹਦੇ ਚੋਂ ਕੁਝ ਨਿਕਲਿਆ? ਤੁਸੀਂ ਤਾਂ ਬਰੀਕ ਨਜ਼ਰ ਰੱਖੀ ਹੋਣੀ ਹੈ। ਕਾਫੀ ਟਾਈਮ ਤੋਂ ਸਿੱਧੂ ਉਹਨਾਂ ਕਾਂਗਰਸ ਦੇ ਵਿੱਚ ਆਪਣੀ ਹੋਂਦ ਨੂੰ ਬਣਾਉਣ ਵਾਸਤੇ, ਆਪਣੀ ਹੋਂਦ ਨੂੰ ਲੈਣ ਵਾਸਤੇ ਲੜਦੇ ਪਏ ਸੀਗੇ। 2019 ਦੇ ਵਿੱਚ ਜਦ ਉਹਨਾਂ ਤੋਂ ਲੋਕਲ ਬੋਡੀਜ਼ ਮਿਨਿਸਟਰੀ ਲੈ ਲਈ ਸੀਗੀ, ਉਸ ਤੋਂ ਬਾਅਦ ਉਹ ਇੱਕ ਤਰੀਕੇ ਨਾਲ ਸ਼ੈਲ 'ਚ ਚਲੇ ਗਏ ਸੀਗੇ ਔਰ ਬਹੁਤਾ ਬੋਲਦੇ ਨਹੀਂ ਸੀਗੇ। ਪਰ ਹੁਣ 2-3 ਮਹੀਨੇ ਤੋਂ ਜਦ ਤੋਂ ਇਹ ਲੜਾਈ ਸ਼ੁਰੂ ਹੋਈ ਹੈ, ਲੜਾਈ ਸ਼ੁਰੂ ਤੇ ਹੋਈ ਸੀਗੀ ਮੁੱਦਿਆਂ ਦੀ ਲੜਾਈ ਤੋਂ, ਪਰ ਹੁਣ ਪ੍ਰਧਾਨਗੀ ਤੇ ਆ ਕੇ ਅਟਕੀ, ਤਾਜਪੋਸ਼ੀ ਹੋ ਚੁੱਕੀ। ਤਾਜਪੋਸ਼ੀ ਤੋਂ ਬਾਅਦ ਲੋਕਾਂ ਨੂੰ ਕਾਫੀ ਉਮੀਦ ਹੈਗੀ ਹੈ ਕਿ ਸਿੱਧੂ ਉਹਨਾਂ ਮੁੱਦਿਆਂ ਦੇ ਉੱਤੇ ਕਦ ਗੱਲ ਕਰਾਂਗੇ। ਹਾਲਾਂਕਿ ਆਪਣੇ ਪ੍ਰਧਾਨਗੀ ਦੇ ਭਾਸ਼ਣ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਆਖੀ ਜ਼ਰੂਰ ਸੀ, ਭਾਵੇਂ ਉਹ 18 ਨੁਕਤਿਆਂ ਦੀ ਗੱਲ ਹੋਏ, ਭਾਵੇਂ ਉਹ ਬੇਅਦਬੀਆਂ ਦੀ ਗੱਲ ਹੋਏ, ਭਾਵੇਂ ਉਹ ਡਰੱਗ ਦੀ ਗੱਲ ਹੋਏ, ਜਾਂ ਫਿਰ ਪੰਜਾਬ ਵਿੱਚ ਬਿਜਲੀ ਮਹਿੰਗੀ ਦੀ ਗੱਲ। ਪਰ ਉਸ ਪ੍ਰਧਾਨਗੀ ਦੇ ਭਾਸ਼ਣ ਤੋਂ ਬਾਅਦ ਅੱਜ ਤੱਕ ਉਹਨਾਂ ਮੁੱਦਿਆਂ ਤੇ ਕੋਈ ਐਕਸ਼ਨ ਟੇਕਨ ਰਿਪੋਰਟ, ਜਿਹਨੂੰ ਆਪਾਂ ਕਹਿੰਦੇ ਆ ਕੋਰਟ ਦੀ ਲੈਂਗੁਏਜ ਦੇ ਵਿੱਚ, ਉਹ ਕੋਈ ਐਕਸ਼ਨ ਨਜ਼ਰ ਨਹੀਂ ਆਇਆ। ਪਰ ਚਲੋ ਇੰਨਾ ਕੁ ਟਾਈਮ ਤੇ ਕਿਸੇ ਨੂੰ ਦੇਣਾ ਵੀ ਚਾਹੀਦਾ ਹੈ। ਹੁਣ ਐਕਸ਼ਨ ਵਿੱਚ ਆਉਣਗੇ। ਅੱਜ ਉਹਨਾਂ ਨੇ 4 ਆਪਣੇ ਐਕਟਿੰਗ ਪ੍ਰੈਜ਼ੀਡੈਂਟ, ਵਰਕਿੰਗ ਪ੍ਰੈਜ਼ੀਡੈਂਟ ਕਹੀਏ, ਔਰ ਫਰੰਟਲ ਆਰਗੇਨਾਈਜੇਸ਼ਨ ਦੇ ਜਿਹੜੇ ਹੈੱਡ ਹੈਗੇ ਨੇ, ਉਹਨਾਂ ਨਾਲ ਇੱਕ ਮੀਟਿੰਗ ਕੀਤੀ ਹੈ। ਮੀਟਿੰਗ ਦਾ ਸਿੱਟਾ ਕੀ ਨਿਕਲਿਆ ਉਹ ਤੇ ਉਹਨਾਂ ਨੇ ਨਹੀਂ ਦੱਸਿਆ, ਪਰ ਅੱਗੇ ਚੱਲ ਕੇ ਸਿੱਧੂ ਉਹਨਾਂ ਨੂੰ ਮਿੱਥ ਕੇ, ਯਾਨੀ ਹਫ਼ਤੇਵਾਰ, ਫੋਰਟਨਾਈਟਲੀ ਇੱਕ ਪ੍ਰੋਗਰਾਮ ਬਣਾਉਣਾ ਪਏਗਾ ਕਿ ਕਿਨ ਮੁੱਦਿਆਂ ਦੇ ਉੱਤੇ ਉਹ ਕੀ ਐਕਸ਼ਨ ਲੈਣਗੇ। ਜੇ ਇੱਦਾਂ ਹੀ ਤੁਸੀਂ ਪ੍ਰਧਾਨਗੀ ਦੇ ਸ਼ੋਭਾ ਯਾਤਰਾ ਦੇ ਵਿੱਚ ਹੀ ਪਾਰਟ ਲੈਂਦੇ ਰਹੋਗੇ ਤਾਂ ਲੋਕਾਂ ਨੂੰ ਕੋਈ ਬਹੁਤੀ ਇਹ ਗੱਲ ਪਸੰਦ ਨਹੀਂ ਆਏਗੀ, ਕਿਉਂਕਿ ਸਿੱਧੂ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਐਕਸ਼ਨ ਦੀ। ਤੁਸੀਂ ਚੁੰਨੀ ਲਾਲ ਗਾਬੇ ਦੇ ਕੇਸ ਦੀ ਗੱਲ ਕੀਤੀ, ਉਸ ਕੇਸ ਤੋਂ ਇੱਕ ਬੜੀ ਵੱਡੀ ਲੀਡ ਸਿੱਧੂ ਉਹਨਾਂ ਨੂੰ ਆਪਣੇ ਹੀ ਚੁੱਕੇ ਹੋਏ ਏਜੰਡੇ ਦੇ ਉੱਤੇ ਮਿਲ ਸਕਦੀ ਸੀ, ਪਰ ਸਿੱਧੂ ਉਹਨਾਂ ਦਾ ਉਸ ਕੇਸ ਦੇ ਵਿੱਚ ਕੁਝ ਨਾ ਕਹਿਣਾ। ਹੁਣ ਜਿਸ ਤਰ੍ਹਾਂ ਕਈ ਵਾਰ ਤੁਸੀਂ ਮੈਨੂੰ ਪਹਿਲੇ ਵੀ ਕਹਿ ਚੁੱਕੇ ਹੋ ਕਿ ਈਡੀ ਦਾ ਕੇਸ ਕਿੱਥੇ ਖੜਾ ਹੈ। ਈਡੀ ਦੇ ਕੇਸ ਦੇ ਵਿੱਚ ਮਜੀਠੀਆ ਉਹਨਾਂ ਨੂੰ ਸਿਰਫ ਇੱਕ ਵਾਰ ਸੱਦਾ ਦਿੱਤਾ ਗਿਆ ਹੈ, ਔਰ ਇੱਕ ਵਾਰ ਸੱਦਾ ਦੇਣ ਤੋਂ ਬਾਅਦ ਉਹ 4-5 ਵਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ, ਯਾਨੀ ਉਹ ਪੁੱਛਗਿੱਛ ਵੀ ਪੂਰੀ ਨਹੀਂ ਹੋ ਸਕੀ ਸੀ। ਔਰ 2-3 ਦਿਨ ਬਾਅਦ ਇੱਕ ਵਾਰ ਹੋਰ ਸੰਮਨ ਜ਼ਰੂਰ ਇਸ਼ੂ ਹੋਈ ਸੀ। ਅੱਜ ਤੱਕ ਉਹਨਾਂ ਸੰਬੰਧ ਦੀ ਤਾਲੀਮ ਨਹੀਂ ਹੋਈ, ਨਾ ਈਡੀ, ਨਾ ਕੋਰਟ, ਨਾ ਕੋਈ ਹੋਰ ਲੀਡਰ ਇਸ ਮੁੱਦੇ ਤੇ ਅੱਜ ਤੱਕ ਬੋਲਿਆ। ਫਿਰ ਇੱਕ ਐਸਟੀਐਫ ਦੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਹੁੰਦੀ ਹੈ। ਉਹ ਰਿਪੋਰਟ ਸਿੱਧੂ ਉਹਨਾਂ ਆਪਣੇ ਘਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਤੇ ਲੀਕ ਕਰਦੇ ਨੇ, ਪਰ ਕੋਰਟ ਨੇ ਉਹ ਬੰਦ ਲਿਫਾਫਾ ਸਰਕਾਰ ਨੂੰ ਦੇ ਦਿੱਤਾ ਐਕਸ਼ਨ ਟੇਕਨ ਰਿਪੋਰਟ ਦੇ ਵਾਸਤੇ। ਔਰ ਐਕਸ਼ਨ ਟੇਕਨ ਰਿਪੋਰਟ ਕਹਿੰਦੇ ਆ ਕਿ ਸਬਮਿਟ ਵੀ ਹੋਗੀ, ਪਰ ਅਜੇ ਤੱਕ ਕੁਝ ਨਹੀਂ ਪਤਾ ਕਿ ਕਿਹਦੇ ਖਿਲਾਫ ਕੀ ਐਕਸ਼ਨ ਹੋਇਆ। ਇੱਦਾਂ ਦੇ ਹਾਲਾਤ ਵਿੱਚ ਸਿੱਧੂ ਉਹਨਾਂ ਦਾ ਵੀ ਭਾਵੇਂ 2 ਹੀ ਦਿਨ ਹੋਏ ਨੇ, ਇਹਨਾਂ ਮੁੱਦਿਆਂ ਤੇ ਚੁੱਪੀ ਧਾਰ ਲੈਣਾ। ਉਹ ਕਿਸੇ ਨਾ ਕਿਸੇ ਜਗ੍ਹਾ ਜਾਂ ਤੇ ਉਸ ਮੁੱਦੇ ਦੇ ਉੱਤੇ ਬੜੀ ਤਿਆਰੀ ਕਰਦੇ ਪਏ ਨੇ, ਜਿਹੜਾ ਨਜ਼ਰ ਨਹੀਂ ਆਉਂਦਾ, ਕਿਉਂਕਿ ਤਿਆਰੀ ਕਰਦਾ ਹੋਇਆ ਬੰਦਾ ਕਈ ਵਾਰ ਪਤਾ ਲੱਗਦਾ ਵੀ ਇਸ ਮੁੱਦੇ ਤੇ ਇਹਨਾਂ ਨੇ ਇਹਦੇ ਨਾਲ ਮੀਟਿੰਗ ਕੀਤੀ। ਉਹ ਮੀਟਿੰਗ ਹਜੇ ਤੱਕ ਨਹੀਂ ਹੋਈ। ਫਿਰ ਵੀ ਜਿਹੜਾ ਸੀਐਮ ਦੀ ਪੋਸਟ ਦਾ ਜਾਂ ਕਿਸੇ ਸਰਕਾਰ ਜਦ ਬਣਦੀ ਹੈ ਉਹਦਾ ਇੱਕ ਹਨੀਮੂਨ ਪੀਰੀਅਡ ਹੁੰਦਾ ਹੈ। ਉਹ ਕਿਹਾ ਜਾਂਦਾ ਵੀ 100 ਦਿਨਾਂ ਦਾ ਇੱਕ ਹਨੀਮੂਨ ਪੀਰੀਅਡ ਹੁੰਦਾ ਹੈ। 100 ਦਿਨਾਂ ਤੱਕ ਉਹਨਾਂ ਨੂੰ ਇੱਕ ਛੂਟ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਮੁੱਦੇ ਤੇ ਕੋਈ ਕੰਮ ਕਰਨਗੇ। ਪਰ ਸਿੱਧੂ ਉਹਨਾਂ ਦੇ ਵਿੱਚ ਇਹ ਨਹੀਂ ਹੈ, ਕਿਉਂਕਿ 6 ਮਹੀਨੇ ਬਾਅਦ ਇਲੈਕਸ਼ਨ ਹੈਗੇ ਹੈ, 18 ਮੁਕਤੀ ਪ੍ਰੋਗਰਾਮ ਹੈਗੇ ਹੈ, ਔਰ ਉਹਦੇ ਉੱਤੇ ਸਤੰਬਰ ਦੀ ਡੈਡਲਾਈਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਤੀ ਹੋਈ ਹੈ।
ਜਾਂ ਫਿਰ ਸਿੱਧੂ ਹੋਣਾ ਚਾਹੁੰਦੇ ਨੇ ਕਿ ਸੈਪਟੈਂਬਰ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਇਸ ਮੁੱਦੇ ਤੇ ਕੋਈ ਗੱਲਬਾਤ ਹੋ ਸਕਦੀ ਹੈ। ਪਰ ਜੀ ਨਹੀਂ, ਮੁੱਦੇ ਹੱਲ ਹੁੰਦੇ ਹੋਏ ਨਜ਼ਰ ਆਣੇ ਚਾਹੀਦੇ ਹੈ। ਜੇ ਸਰਕਾਰ ਬਿਲਕੁਲ ਐਕਸ਼ਨ ਦੇ ਵਿੱਚ ਹੈ ਜਾਂ ਸਿੱਧੂ ਐਕਸ਼ਨ ਦੇ ਵਿੱਚ ਹੈ, ਦੋਨੋਂ ਐਕਸ਼ਨ ਦੇ ਵਿੱਚ ਨਜ਼ਰ ਆਣੇ ਚਾਹੀਦੇ ਹੈ। ਲੋਕਾਂ ਦੀ ਤਸੱਲੀ ਦੇ ਤਾਂ ਹੁੰਦੀ ਹੈ, ਪਰ ਉਹਨਾਂ ਦੇ ਵਿੱਚ ਲੋਕਾਂ ਤੋਂ ਜੁੜੇ ਹੋਏ ਕਈ ਮੁੱਦੇ ਹੈਗੇ ਨੇ ਜਿਨ੍ਹਾਂ ਦਾ ਹੱਲ ਇੱਕ ਮੀਟਿੰਗ ਦੇ ਵਿੱਚ ਵੀ ਕੱਢਿਆ ਜਾ ਸਕਦਾ ਹੈ, ਭਾਵੇਂ ਉਹ ਬਿਲਕੁਲ ਠੀਕ। ਪਰ ਮੈਨੂੰ ਇਹ ਦੱਸਿਓ ਭਾਸਕਰ ਸਾਹਿਬ, ਇਹ ਤੀਜੀ ਅੱਖ ਖੋਲੋ ਜ਼ਰਾ, ਇਹ ਦੋ ਸਮਾਨ ਅੰਤਰ ਪਾਵਰ ਸੈਂਟਰ ਨੇ ਜਿਹੜੇ ਹਾਈ ਕਮਾਂਡ ਨੇ ਦਿੱਤੇ ਪੰਜਾਬ ਨੂੰ। ਹੁਣ ਉਹਦੇ ਚ ਦੋ ਪਹਿਲੂ ਆ। ਜਿਹੜਾ 18 ਨਿਕਾਤੀ ਪ੍ਰੋਗਰਾਮ ਮਿਲਿਆ ਉਹ ਮੁੱਖ ਮੰਤਰੀ ਨੂੰ ਮਿਲਿਆ, ਕਿਉਂਕਿ ਮੁੱਖ ਮੰਤਰੀ ਨਹੀਂ ਬਦਲੇ ਗਏ, ਕਾਂਗਰਸ ਦੇ ਪ੍ਰਧਾਨ ਬਦਲੇ ਗਏ, ਤੇ ਜਿਹੜਾ ਏਜੰਡਾ ਦਿੱਤਾ ਗਿਆ ਉਹ ਮੁੱਖ ਮੰਤਰੀ ਨੂੰ ਦਿੱਤਾ ਗਿਆ। ਜੇ ਮੁੱਖ ਮੰਤਰੀ 18 ਨਿਕਾਤੀ ਪ੍ਰੋਗਰਾਮ ਦੇਣ ਚ, ਉਹਨੂੰ ਲਾਗੂ ਕਰਨ ਚ ਅਸਫਲ ਹੁੰਦੇ ਆ ਤਾਂ ਮੁੱਖ ਮੰਤਰੀ ਤੇ ਤਲਵਾਰ ਲਟਕੀ ਆ। ਦੂਜੇ ਟੇਢੀ ਨਜ਼ਰ ਨਾਲ ਦੇਖਿਆ ਤੇ ਸਿੱਧੂ ਨੂੰ ਵਾਰਾ ਖਾਂਦਾ ਵੀ ਇਹ 18 ਨਿਕਾਤੀ ਪ੍ਰੋਗਰਾਮ ਤੇ ਕੈਪਟਨ ਅਮਰਿੰਦਰ ਸਿੰਘ ਫੇਲ ਹੋ ਜਾਣ ਤੇ ਅਸੀਂ ਮਹੀਨੇ ਬਾਅਦ ਕੰਪੇਨ ਸ਼ੁਰੂ ਕਰ ਦਈਏ ਕਿ ਇਹਨਾਂ ਨੂੰ ਬਦਲ ਦਿਓ। ਇੱਕ ਤਾਂ ਪਹਿਲੂ, ਇੱਕ ਤਾਂ ਐਂਗਲ ਸਿਆਸਤ ਵਿੱਚ ਇਹ ਵੀ ਹੁੰਦਾ ਹੈ। ਦੂਜਾ ਐਂਗਲ ਆ ਕਿ ਸਿੱਧੂ ਸਾਹਿਬ ਨੇ ਏਜੰਡਾ ਪੰਜਾਬ ਪੇਸ਼ ਕੀਤਾ ਸੀ, ਉਹ ਸ਼ਾਇਦ 13 ਨਿਕਾਤੀ ਸੀ। ਹੁਣ ਸਿੱਧੂ ਸਾਹਿਬ 13 ਨਿਕਾਤੀ ਪ੍ਰੋਗਰਾਮ ਤੇ ਵੀ ਗੱਲ ਕਰਦੇ ਆ ਤਾਂ ਉਹਨਾਂ ਨੇ ਤਾਜਪੋਸ਼ੀ ਵਾਲਾ, ਹਾਲਾਂਕਿ ਮੈਨੂੰ ਇੱਕ ਦਰਸ਼ਕ ਨੇ, ਇੱਕ ਸਾਡੇ ਸਰੋਤੇ ਨੇ ਲਿਖਿਆ ਹੈ ਕਿ ਤਾਜਪੋਸ਼ੀ ਸ਼ਬਦ ਠੀਕ ਨਹੀਂ ਭਾਈ, ਇਹ ਕੋਈ ਰਜਵਾੜਿਆਂ ਦਾ ਜ਼ਮਾਨਾ ਨਹੀਂ। ਖੈਰ, ਅਸੀਂ ਤਾਂ ਉਸ ਦਿਨ ਦੇ ਸਮਾਗਮ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਸਿੱਧੂ ਦੀ ਸਪੀਚ 'ਚ ਸਭ ਤੋਂ ਅਹਿਮ ਮਸਲੇ ਇਹੀ ਸੀਗੇ ਤਿੰਨ। ਇੱਕ ਤਾਂ ਨਸ਼ਿਆਂ ਵਾਲਾ ਸੀ, ਉਹਨਾਂ ਨੇ ਸੰਕੇਤਕ ਭਾਸ਼ਾ 'ਚ ਕਿਹਾ ਸੀ। ਦੂਜੇ ਪਾਸੇ ਉਹਨਾਂ ਨੇ ਬੇਅਦਬੀ, ਗੁਰੂ ਦੀ ਗੱਲ ਕੀਤੀ ਸੀ ਕਿ ਜੇ ਗੁਰੂ ਨੂੰ ਇਨਸਾਫ ਨਹੀਂ ਤੇ ਸਾਡੀ ਉਹਦੇ ਕੁਛ ਨਹੀਂ। ਤੇ ਤੀਜਾ ਉਹਨਾਂ ਨੇ ਕਿਹਾ ਸੀ ਪੰਜਾਬ 'ਚ ਬਿਜਲੀ ਮਹਿੰਗੀ ਕਿਉਂ। ਸੋ ਜੇ ਤਿੰਨਾਂ ਮੁੱਦਿਆਂ ਤੇ ਹੀ ਕਦੇ ਨਵਜੋਤ ਸਿੰਘ ਸਿੱਧੂ ਕਿੱਕਲੀ ਪਾ ਜਾਏ ਤਾਂ ਮੇਰੇ ਖਿਆਲ ਪੰਜਾਬ ਦੇ ਵਿੱਚ ਬੱਲੇ ਬੱਲੇ ਤਾਂ ਅੱਗੇ ਹੀ ਉਹਦੀ ਹੁੰਦੀ ਹੈ, ਹੋਰ ਜ਼ਿਆਦਾ ਹੋ ਜਾਊਗੀ। ਸੋ ਮੈਂ ਇਹ ਸਮਝਦਾ ਹਾਂ ਕਿ 18 ਨਿਕਾਤੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਫੇਲ ਹੁੰਦਿਆਂ ਵੇਖ ਕੇ ਖੁਸ਼ ਹੋਣਗੇ, ਤਾੜੀ ਵਜਾਉਣਗੇ, ਲੇਕਿਨ 13 ਨਿਕਾਤੀ 'ਚ ਪਹਿਲੇ ਤਿੰਨ ਤਾਂ ਫਿੱਟ ਕਰ ਦੇਣ ਨਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਪਹਿਲੇ ਤਿੰਨ ਮੁੱਦਿਆਂ ਦਾ ਜ਼ਿਕਰ ਜਿਹੜਾ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੀਤਾ ਸੀਗਾ, ਉਹਨਾਂ ਮੁੱਦਿਆਂ ਦੇ ਵਿੱਚ ਵੀ ਉਹ ਭਟਕਦੇ ਹੋਏ ਨਜ਼ਰ ਆਉਂਦੇ ਨੇ। ਭਟਕਦੇ ਹੋਏ ਇਸ ਕਰਕੇ ਸ਼ਬਦ ਅਸੀਂ ਯੂਜ਼ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਤੇ ਬੜੇ ਸਪੈਸੀਫਿਕ ਜੇ ਪੁਆਇੰਟ ਰੇਜ਼ ਕਰਨ ਦੀ ਗੱਲ ਹੈਗੀ ਹੈ। ਜੀ ਜੀ ਜੀ। ਜਿੱਦਾਂ ਇੱਕ ਤੇ ਨੁਕਤਾ ਇਹੀ ਸੀਗਾ, ਤੁਸੀਂ ਇਹ ਕਿਹਾ ਕਿ ਸੰਕੇਤਿਕ ਭਾਸ਼ਣ ਦੇ ਵਿੱਚ ਸੰਕੇਤਿਕ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ। ਮੈਂ ਇੱਥੇ ਡਿਫ ਕਰਦਾ ਥੋੜਾ ਜਿਹਾ, ਸੰਕੇਤਿਕ ਨਹੀਂ, ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਏ ਵੀ ਜੀਜਾ ਸਾਲਾ ਰਹਿਣ ਨਹੀਂ ਦੇਵਾਂਗੇ। ਉਹ ਕੋਈ ਸੰਕੇਤਿਕ ਗੱਲ ਨਹੀਂ ਸੀਗੀ। ਪਰ ਇਹਨਾਂ ਗੱਲਾਂ ਕਰਕੇ ਜਦ ਤੁਸੀਂ ਕਿਸੇ ਇਨਵੈਸਟੀਗੇਸ਼ਨ ਨੂੰ ਸਿਆਸੀ ਸਟੇਜਾਂ ਤੋਂ ਚੱਕਦੇ ਹੋ ਤੇ ਉਹਦੇ ਨਾਲ ਇਨਵੈਸਟੀਗੇਸ਼ਨ ਹਮੇਸ਼ਾ ਹੈਂਪਰ ਹੁੰਦੀ ਹੈ, ਕਿਉਂਕਿ ਕੋਈ ਵੀ ਐਗਰੀਵਡ ਪਾਰਟੀ ਹੈ ਜਿਹਦੇ ਖਿਲਾਫ ਇਲਜ਼ਾਮ ਲਾਏ ਜਾਂਦੇ ਨੇ, ਉਹ ਕੋਰਟਾਂ 'ਚ ਜਾ ਕੇ ਔਰ ਵੱਖ-ਵੱਖ ਪਲੇਟਫਾਰਮ ਤੇ ਜਾ ਕੇ ਇਹਨਾਂ ਗੱਲਾਂ ਨੂੰ ਚੱਕਦੇ ਨੇ ਕਿ ਦੇਖੋ ਹਜੇ ਇਨਵੈਸਟੀਗੇਸ਼ਨ ਚੱਲਦੀ ਸੀ, ਕੋਈ ਸਿੱਟਾ ਨਿਕਲਿਆ ਨਹੀਂ ਸੀ ਤੇ ਸਾਨੂੰ ਦੋਸ਼ੀ ਕਰਾਰ ਕਰਨ ਦੇ ਵਾਸਤੇ, ਦੋਸ਼ੀ ਕਰਾਰ ਦੇਣ ਵਾਸਤੇ ਉਹ ਮੁਹਿੰਮ ਕਾਂਗਰਸ ਜਾਂ ਕਾਂਗਰਸ ਦੇ ਆਗੂਆਂ ਨੇ ਪਹਿਲੇ ਹੀ ਸ਼ੁਰੂ ਕੀਤੀ ਸੀਗੀ। ਇਹਦੇ ਨਾਲ ਕਦੀ-ਕਦੀ ਨੁਕਸਾਨ ਵੀ ਹੋ ਜਾਂਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਟਾਈਮ ਆ ਗਿਆ ਇਹਨਾਂ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਜੇ ਉਹਨਾਂ ਨੇ ਮਿਲੀ ਭੁਗਤ ਦੀ ਰਾਜਨੀਤੀ ਕੀਤੀ ਹੈ ਉਹਨੂੰ ਵੀ ਐਕਸਪੋਜ਼ ਕਰਨਾ ਚਾਹੀਦਾ। ਨਹੀਂ ਤੇ ਕੈਪਟਨ ਸਾਹਿਬ ਨੂੰ, ਜਿਨ੍ਹਾਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਸੀ ਮੈਨੂੰ ਅਕਾਲੀਆਂ ਤੇ ਆਮ ਆਦਮੀ ਪਾਰਟੀ ਤੇ ਬਹੁਤਾ ਭਰੋਸਾ ਨਹੀਂ, ਉਹ ਬਹੁਤਾ ਭਰੋਸਾ ਨਾ ਹੋਣਾ ਹਜੇ ਤੱਕ ਸ਼ੋਅ ਨਹੀਂ ਕੀਤੀ ਗੱਲ ਕਿ ਉਹ ਭਰੋਸਾ ਕਿੰਨਾ ਕੁ ਹੈਗਾ ਜਾਂ ਬਿਲਕੁਲ ਨਹੀਂ ਹੈਗਾ। ਉਹਨਾਂ ਮੁੱਦਿਆਂ ਤੇ ਉਹਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਔਰ ਸਿੱਧੂ ਉਹਨਾਂ ਪ੍ਰਧਾਨਗੀ ਲੈਣ ਤੋਂ ਬਾਅਦ ਜੇ ਚੁੱਪ ਨਜ਼ਰ ਆਉਣਗੇ ਤੇ ਲੋਕ ਉਹ ਤਾਂ ਪਸੰਦ ਨਹੀਂ ਕਰਨਗੇ ਵੀ ਉਹ ਆਇਆ ਹੀਰੋ, ਉਹ ਆਇਆ ਹੀਰੋ, ਹੀਰੋ ਆ ਕੇ ਜੇ ਜ਼ੀਰੋ ਹੋ ਜਾਏ ਤੇ ਇਹ ਕਾਹਦਾ ਹੀਰੋ। ਇਹ ਪੰਜਾਬ ਨਾਲ ਵੀ ਇੱਕ ਬੜਾ ਵੱਡਾ ਫਿਰ ਤੋਂ ਮੈਨੂੰ ਲੱਗਦਾ ਧੋਖਾ ਹੋਊਗਾ, ਨਾ ਇਨਸਾਫੀ ਹੋਊਗੀ ਕਿ ਇੱਕ ਬਹੁਤ ਸੁਹਿਰਦ ਦਿਸਦਾ ਲੀਡਰ ਜਿਹੜਾ ਉਹ ਲੋਕ ਮਸਲਿਆਂ ਦੇ ਉੱਤੇ ਪਿੱਛੇ ਪੈ ਜਾਏ। ਅੱਗੇ ਪੰਜਾਬ ਨੇ ਬਹੁਤ ਵਾਰੀ ਵਿਸ਼ਵਾਸ ਕਰਕੇ ਵਿਸ਼ਵਾਸ ਖਰਾਬ ਹੋਇਆ ਦੇਖਿਆ। ਸਿਮਰਨਜੀਤ ਸਿੰਘ ਮਾਨ ਨੂੰ ਏਡੀ ਬੰਪਰ ਜਿੱਤ ਦਿੱਤੀ, ਬਾਅਦ ਦੇ ਵਿੱਚ ਉਹ ਕਿਰਪਾਨ ਫੜ ਕੇ ਬਹਿ ਗਏ। ਮੈਂ ਅੰਦਰ ਨਹੀਂ ਜਾਣਾ, ਕਿਰਪਾਨ ਦਾ ਮਸਲਾ ਇੱਕ ਕੌਮੀ ਮਸਲਾ ਹੋ ਸਕਦਾ, ਲੇਕਿਨ ਲੋਕਾਂ ਦੇ ਮਸਲੇ ਨਜਿੱਠਣ ਲਈ ਤੁਸੀਂ ਪਾਰਲੀਮੈਂਟ 'ਚ ਵੋਟ ਲੈ ਕੇ ਜਾਣਾ ਸੀ, ਉਹਨੂੰ ਹੋਰ ਤਰੀਕੇ ਨਾਲ ਸਿਰਜਿਆ ਜਾ ਸਕਦਾ ਸੀ। ਇਸ ਤੋਂ ਬਾਅਦ ਭਗਵੰਤ ਮਾਨ ਹੋਰੀ 100 ਸੀਟ ਲੈ ਕੇ ਆਉਂਦੇ ਰਹਿ ਗਏ, ਉਦੋਂ ਵੀ ਇੱਕ ਵੇਵ ਚੱਲਦੀ ਸੀ 17 ਦੇ ਵਿੱਚ। ਸੋ ਮੈਨੂੰ ਇੰਝ ਲੱਗਦਾ ਕਿ ਇਹ ਇਸ਼ਾਵਾਂ ਕਾਫੀ ਨੇ। ਜਾਂਦੇ ਜਾਂਦੇ ਇੱਕ ਮਸਲੇ ਦੇ ਉੱਤੇ ਮੈਂ ਤੁਹਾਡੀ ਟਿੱਪਣੀ ਚਾਹੂੰਗਾ। ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਕੁਝ ਕਹਿ ਰਹੇ ਨੇ ਬੇਅਦਬੀ ਮਾਮਲਿਆਂ ਦੇ ਉੱਤੇ।
2015 ਚ ਵਾਪਰਦੀਆਂ ਘਟਨਾਵਾਂ ਤੋਂ ਬਾਅਦ 2017 ਤੋਂ ਪਹਿਲਾਂ ਅਕਾਲੀ ਦਲ ਜਾਣ ਤੋਂ ਪਹਿਲਾਂ CBI ਦੇ ਹਵਾਲੇ ਕਰ ਗਿਆ ਕੇਸ। ਇੱਕ ਕਮਿਸ਼ਨ ਉਹ ਬਣਾ ਗਏ ਜਿਹਨੂੰ ਉਹਨਾਂ ਨੇ ਇੱਜ਼ਤ ਹੀ ਨਹੀਂ ਬਖਸ਼ੀ, ਉਹ ਸੀਗੇ ਜਸਟਿਸ ਜੋਰਾ ਸਿੰਘ। ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਔਰ ਜਸਟਿਸ ਮਾਰਕਜ਼ ਕਾਟਜੂ ਕੰਡੂ, ਮੇਰੇ ਖਿਆਲ ਜਿਹੜੇ ਕਾਟਜੂ ਮਾਰਕੰਡੇ, ਉਹਨਾਂ ਨੇ ਪਬਲਿਕ ਕਮਿਸ਼ਨ ਸੀਗਾ ਇੱਕ। ਤੇ SITs ਤਾਂ ਬੇਸ਼ੁਮਾਰ ਬਣ ਗਈਆਂ, ਪਰ ਹੁਣ ਸਿੰਘ ਸਾਹਿਬ ਕਹਿੰਦੇ ਕਿਸੇ ਤੇ ਭਰੋਸਾ ਨਹੀਂ, ਕੋਈ ਇਨਸਾਫ ਮਿਲਣ ਦੀ ਉਮੀਦ ਨਹੀਂ। ਤੇ ਕਿਸੇ ਦੀ ਟਿੱਪਣੀ ਮੈਨੂੰ ਦਿਲਚਸਪ ਲੱਗ ਰਹੀ ਸੀ, ਕਹਿੰਦੇ ਕਿਸੇ ਨੂੰ ਬਚਾਇਆ ਤਾਂ ਨਹੀਂ ਜਾ ਰਿਹਾ ਇਹਦੇ ਵਿੱਚ। ਜੇਕਰ ਅਸੀਂ ਹੁਣ ਕੁਦਰਤੀ ਇਨਸਾਫ ਵੱਲ ਜਾਣਾ ਜਾਂ ਅਸੀਂ ਧਾਰਮਿਕ ਇਨਸਾਫ ਵੱਲ ਜਾਣਾ, ਤੇ ਕਾਨੂੰਨੀ ਇਨਸਾਫ ਤੋਂ ਬੇਭਰੋਸਗੀ ਦਾ ਮਤਲਬ ਕਿ ਜੇ ਕਿਸੇ ਕਨਕਲੂਜਨ ਤੇ ਕਿਧਰੇ ਲੌਜੀਕਲ ਐਂਡ ਵੱਲ ਕੋਈ ਗੱਲ ਤੁਰਦੀ ਤਾਂ ਨਹੀਂ ਸੀ ਦਿਸਦੀ। ਸੋ ਬੜੀਆਂ ਸਾਰੀਆਂ ਸਥਿਤੀਆਂ ਨੇ, ਤੇ ਮੈਂ ਤੁਹਾਡਾ ਨਿਰਪੱਖ ਜਿਹਾ ਵਿਊ ਪੁਆਇੰਟ ਲੈਣਾ ਚਾਹੁੰਦਾ ਇੱਥੇ। ਦੇਖੋ, ਸਰਕਾਰ ਨੇ ਇਸ ਮੁੱਦੇ ਤੇ, ਭਾਵੇਂ ਉਹ ਅਕਾਲੀਆਂ ਦੀ ਸਰਕਾਰ ਹੈ, ਤੁਸੀਂ ਕਹਿ ਚੁੱਕੇ ਹੋ ਅਕਾਲੀਆਂ ਦੀ ਸਰਕਾਰ ਦੇ ਵਿੱਚ ਇਹ ਬੇਅਦਬੀਆਂ ਹੋਈ ਸੀਗੀ। ਉਸ ਤੋਂ ਬਾਅਦ ਇਹਨਾਂ ਕੇਸਾਂ ਨੂੰ CBI ਨੂੰ ਹੈਂਡਓਵਰ ਕੀਤਾ ਗਿਆ ਸੀਗਾ, ਔਰ CBI ਨੇ 2 ਸਾਲ 1.5 ਸਾਲ ਕਿਸੇ ਵੀ ਗੱਲ ਦੇ ਉੱਤੇ ਕੋਈ ਡੱਕਾ ਨਹੀਂ ਤੋੜਿਆ। ਉਸ ਤੋਂ ਬਾਅਦ ਜਦ ਕਾਂਗਰਸ ਦੀ ਖਟੜਾ ਕਮਿਸ਼ਨ ਰਿਪੋਰਟ ਜਿਹੜੀ ਬਣਾਈ ਗਈ ਸੀ, ਖਟੜਾ ਕਮਿਸ਼ਨ ਰਿਪੋਰਟ ਤੋਂ ਬਾਅਦ SIT ਸਪੈਸ਼ਲ ਇਨਵੈਸਟੀਗੇਟਰ ਬਣਾਈ ਗਈ, ਉਹਦੇ ਵਿੱਚ ਕੁਝ ਲੋਕਾਂ ਨੂੰ ਫੜਿਆ ਤੇ ਕਿਸ ਤਰੀਕੇ ਨਾਲ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਜਾਂਦਾ। ਇਹ ਮੈਂ ਥੋੜਾ ਜਿਹਾ ਕਰੈਕਟ ਕਰਦੇ ਆ ਸਰ ਤੁਹਾਨੂੰ, ਭਾਸਕਰ ਸਾਹਿਬ। SIT ਇਹ ਵੀ ਅਕਾਲੀ ਦਲ ਨੇ ਬਣਾਈ ਸੀ, ਰਣਬੀਰ ਸਿੰਘ ਖੱਟੜਾ ਦੀ ਅਗਵਾਈ ਚ। ਠੀਕ। ਪਰ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਜਾਂਦਾ। ਉਸ ਕਤਲ ਨੂੰ ਕੌਣ ਕਰਦਾ ਹੈ, ਕੌਣ ਕਰਵਾਉਂਦਾ, ਹਜੇ ਤੱਕ ਕੋਈ ਇਸ ਗੱਲ ਦਾ ਖੁਲਾਸਾ ਹਜੇ ਤੱਕ ਤੇ ਨਹੀਂ ਹੋਇਆ। ਪਰ ਉਸ ਤੋਂ ਬਾਅਦ ਇੱਕ ਹੋਰ ਸਿੱਟ ਬਣਦੀ ਹੈ, ਜਿਹਦੇ ਕੁੰਵਰ ਵਿਜੇ ਪ੍ਰਤਾਪ ਇੱਕ ਐਕਟਿਵ ਮੈਂਬਰ ਸੀਗੇ। ਭਾਵੇਂ ਸਿੱਟ ਦੇ ਹੈੱਡ ਉਹ ਦੂਜੇ ਸੀਗੇ, ਲੇਕਿਨ ਕੁੰਵਰ ਵਿਜੇ ਪ੍ਰਤਾਪ ਦੀ SIT ਦੇ ਨਾਂ ਤੇ ਉਹ SIT ਜਾਣੀ ਜਾਂਦੀ ਸੀ। ਉਹਦਾ ਹਸ਼ਰ ਹਾਈ ਕੋਰਟ ਦੇ ਵਿੱਚ ਕੀ ਹੋਇਆ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਹੁਣ ਤੀਜੀ ਇੱਕ ਹੋਰ SIT ਬਣਾਈ ਗਈ ਹੈ। ਉਹ SIT ਕਿਸ ਪਾਸੇ ਜਾ ਰਹੀ ਹੈ? ਕਦੀ ਖਬਰ ਆਉਂਦੀ ਹੈ ਵੀ ਅੱਜ 3 ਡੇਰਾ ਪ੍ਰੇਮੀ ਹੋਰ ਬੁੱਕ ਕਰ ਲਏ, 6 ਹੋਰ ਵਾਰੰਟ ਕੱਢ ਲਏ, ਪਰ ਕਿਸੇ ਵੀ ਜਗ੍ਹਾ ਸਿੱਟੇ ਤੇ ਜਾਂਦੀ ਹੋਈ ਨਜ਼ਰ ਨਹੀਂ ਆਉਂਦੀ, ਕਿਉਂਕਿ ਜਿਹੜੀ 6 ਮਹੀਨੇ ਦਾ ਟਾਈਮ ਹਾਈ ਕੋਰਟ ਨੇ ਦਿੱਤਾ ਸੀਗਾ, ਉਹੀ ਸਰਕਾਰ ਨੇ ਦਿੱਤਾ। 6 ਮਹੀਨੇ ਬਾਅਦ ਸਰਕਾਰ ਨਵੀਂ ਤਰੀਕੇ ਨਾਲ ਚੋਣਾਂ ਦੇ ਵਿੱਚ ਆ ਕੇ ਕੋਈ ਹੋਰ ਸਰਕਾਰ ਬਣਦੀ ਹੈ ਜਾਂ ਇਹੀ ਰਿਪੀਟ ਹੁੰਦੀ ਹੈ, ਇਹ ਸਾਨੂੰ ਨਹੀਂ ਪਤਾ। ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਐਂਟਰੀ, ਔਰ ਉਸ ਐਂਟਰੀ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ, ਸਾਨੂੰ ਕਾਨੂੰਨ ਤੇ ਭਰੋਸਾ ਨਹੀਂ, ਅਸੀਂ ਇਸ ਰਿਲੀਜੀਅਸ ਮਾਮਲਿਆਂ ਦੀ ਆਪ ਜਾਂਚ ਕਰਾਂਗੇ। ਔਰ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਵੀ ਕੀਤੀ ਕਿ ਇਹ ਧਾਰਮਿਕ ਮੁੱਦਾ ਹੈਗਾ, ਧਾਰਮਿਕ ਡੋਮੇਨ ਦੇ ਵਿੱਚ ਆਉਂਦਾ ਹੈ, ਤੇ ਅਕਾਲ ਤਖਤ ਤੋਂ ਉੱਤੇ ਇੱਦਾਂ ਦੀ ਕੋਈ ਅਥਾਰਟੀ ਨਹੀਂ ਹੈਗੀ ਜੋ ਇੱਦਾਂ ਦੇ ਮੁੱਦਿਆਂ ਦਾ ਹੱਲ ਕਰ ਸਕਦੀ ਹੈ ਜਾਂ ਇੱਦਾਂ ਦੇ ਮੁੱਦਿਆਂ ਦਾ ਇਨਵੈਸਟੀਗੇਸ਼ਨ ਕਰਕੇ ਕਿਸੇ ਸਿੱਟੇ ਤੱਕ ਪਹੁੰਚ ਸਕਦੀ ਹੈ। ਜਦ ਗੱਲ ਅਕਾਲ ਤਖਤ ਦੀ ਆਉਂਦੀ ਹੈ, ਜਦ ਗੱਲ SGPC ਦੀ ਆਉਂਦੀ ਹੈ, ਤੇ ਸਾਰਿਆਂ ਨੂੰ ਪਤਾ ਹੈ ਕਿ ਅਕਾਲ ਤਖਤ ਕੌਣ ਅਪਾਇੰਟ ਕਰਦਾ ਤੇ ਕਿੱਥੋਂ ਉਹਦਾ ਨਾਂ ਨਿਕਲਦਾ ਹੈ ਕਿ ਜਿਹੜੇ ਜਥੇਦਾਰ ਅਗਲੇ ਹੋਣਗੇ। ਤੇ ਇਹਦੇ ਵਿੱਚ ਸਾਫ਼ ਤੌਰ ਤੇ ਇੱਕ ਪੋਲੀਟੀਕਲ ਪਾਰਟੀ ਨੂੰ ਸ਼ੈਲਟਰ ਦੇਣ ਵਾਲੀ ਗੱਲ ਸਾਹਮਣੇ ਆਉਂਦੀ ਹੈ, ਕਿਉਂਕਿ ਜਿਹੜੇ ਸਿੱਟ ਕੁਛ ਨਹੀਂ ਕੱਢ ਸਕੀ ਹਜੇ ਤੱਕ, ਜਿਹੜੀ ਕਿੰਨੀ ਸਾਰੀ ਬੇਸ਼ੁਮਾਰ ਸਿੱਟਾਂ ਦੀ ਗੱਲ ਕਰ ਰਹੇ ਹੋ ਤੁਸੀਂ, ਔਰ ਹੁਣ ਅਕਾਲ ਤਖਤ ਦੀ 5 ਮੈਂਬਰੀ ਕਮੇਟੀ ਕਿੰਨਾ ਕੁ ਇਹਦੇ ਉੱਤੇ ਕੋਈ ਸਿੱਟਾ ਕੱਢ ਸਕਦੀ ਹੈ, ਇਹਦੇ ਉੱਤੇ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਹੈ। ਔਰ ਇਹ ਵੀ ਡਿਲੇ ਟੈਕਟਿਕ ਦਾ ਹੀ ਇੱਕ ਪਾਰਟ ਹੋ ਸਕਦਾ ਹੈ ਕਿ ਅਗਲੀ ਚੋਣਾਂ ਤੱਕ ਇਸ ਮੁੱਦੇ ਦਾ ਕੋਈ ਹੱਲ ਨਾ ਨਿਕਲੇ, ਤਾਂ ਕਿ ਕਾਂਗਰਸ ਇਹ ਚਾਹੇਗੀ ਕਿ ਇਸ ਮੁੱਦੇ ਨੂੰ ਜਿੰਦਾ ਰੱਖੀਏ, ਤਾਂ ਕਿ 2022 ਦੇ ਵਿੱਚ ਇਸ ਮੁੱਦੇ ਦੇ ਆਧਾਰ ਤੇ ਆਪਾਂ ਵੋਟ ਲੋਕਾਂ ਤੋਂ ਮੰਗ ਸਕੀਏ, ਕਿਉਂਕਿ ਸਾਡੇ ਕੋਲ ਕੰਮ ਦਿਖਾਉਣ ਵਾਸਤੇ ਕੁਝ ਨਹੀਂ ਹੈਗਾ। ਠੀਕ ਹੈ ਭਾਸਕਰ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਕਾਂਗਰਸ ਹੁਣ ਇਸ ਚਿਹਰੇ ਨਾਲ ਇਸ ਮੁੱਦੇ ਦੇ ਉੱਤੇ ਵੋਟ ਲੈਣ ਦੀ ਹੱਕਦਾਰ ਨਹੀਂ ਰਹੀ। ਜਦੋਂ ਹਾਈ ਕੋਰਟ ਦੀ ਜੱਜਮੈਂਟ ਨੇ ਅਕਾਲੀਆਂ ਵਾਂਗ ਹੀ ਕਾਂਗਰਸ ਨੂੰ ਵੀ ਨੰਗੇ ਕਰਤਾ ਕਿ ਇਹ ਵੀ ਸੁਹਿਰਦ ਨਹੀਂ ਇਨਸਾਫ ਦੇ ਪ੍ਰਕਿਰਿਆ ਨੂੰ ਤੇਜ਼ ਕਰਨ 'ਚ, ਤਾਂ ਮੈਨੂੰ ਲੱਗਦਾ ਕਿ ਕਾਂਗਰਸ ਲਈ ਸਭ ਤੋਂ ਔਖਾ ਸਵਾਲ ਹੀ ਹੁਣ ਬੇਅਦਬੀ ਮਾਮਲਿਆਂ 'ਚ ਇਨਸਾਫ ਦਾ ਹੈ। ਦੋਨੇ ਧਿਰਾਂ ਇਹਦੇ ਵਿੱਚ ਫਸੀਆਂ ਮਹਿਸੂਸ ਕਰ ਰਹੀਆਂ। ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ, ਜਦੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ, ਉਹ ਕਿਸੇ ਵੀ ਸਿੱਖ ਲਈ ਸਭ ਤੋਂ ਪਵਿੱਤਰ ਤੇ ਮੰਨਣਯੋਗ ਜਗ੍ਹਾ ਹੈ। ਜੇ ਸਿੱਖਾਂ ਨੂੰ ਖਾਸ ਤੌਰ ਤੇ 2 ਤਰ੍ਹਾਂ ਦਾ ਸੰਵਿਧਾਨ ਮੰਨਣਾ ਪੈ ਰਿਹਾ, ਇੱਕ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਪੈਂਦਾ, ਦੂਜਾ ਉਹਨਾਂ ਨੂੰ ਭਾਰਤੀ ਸੰਵਿਧਾਨ ਮੰਨਣਾ ਪੈਂਦਾ। ਇਹ ਸ਼ਾਇਦ ਕੋਈ ਇੱਕੋ ਕੌਮ ਹੈ ਜਿਹਨੂੰ ਇੱਕੋ ਸਮੇਂ ਤੇ 2 ਸੰਵਿਧਾਨ 'ਚ ਚੱਲਣਾ ਪੈਂਦਾ, ਕਿਉਂਕਿ ਜੇ ਕੋਈ ਅਕਾਲ ਤਖਤ ਸਾਹਿਬ ਤੋਂ
ਛੇਕਿਆ ਜਾਂਦਾ ਬੰਦਾ ਤੇ ਉਹ ਆਪਣੀ ਕਮਿਊਨਿਟੀ ਦੇ ਵਿੱਚ ਵਿਆਹ ਸ਼ਾਦੀ ਵੀ ਨਹੀਂ ਕਰ ਸਕਦਾ ਤੇ ਉਹਨੂੰ ਭਾਈਚਾਰੇ ਵੀ ਮੂੰਹ ਨਹੀਂ ਲਾਉਂਦੇ। ਸੋ ਜਦੋਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਨੂੰ ਛੇਕਤਾ ਜਾਂਦਾ ਹੈ ਜਿਹੜੀ ਉਹ ਨਰਤਕੀ ਮੋਰਾਂ ਦੇ ਮਾਮਲੇ 'ਚ, ਤੇ ਉਸ ਬੰਦੇ ਨੂੰ ਉਹ ਮਹਾਰਾਜਾ ਹੋਣ ਦੇ ਬਾਵਜੂਦ ਉਹਦੇ ਜਿਹੜੇ ਦਰਬਾਰੀ ਸਲਾਮ ਕਰਨ ਤੋਂ ਮਨਾ ਕਰ ਦਿੰਦੇ ਆ। ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤੇ ਰਾਹ ਦੇ ਵਿੱਚ ਉਹਨਾਂ ਨੂੰ ਜਿੰਨੇ ਦੁਕਾਨਦਾਰ ਸੀ ਉਹ ਸਲਾਮ ਕਰਨ ਤੋਂ ਪਿੱਠ ਫੇਰ ਲੈਂਦੇ ਆ, ਗੱਲ ਨਹੀਂ ਕਰਦੇ, ਤੇ ਫਿਰ ਉਹ ਦਰਬਾਰ ਸਾਹਿਬ ਦੇ ਅੱਗੇ ਆਉਣ ਤੋਂ ਉਹਨੂੰ ਰੋਕਤਾ ਜਾਂਦਾ। ਕਈ ਇਸ ਤਰ੍ਹਾਂ ਦੀਆਂ ਚੀਜ਼ਾਂ, ਸ਼ਾਇਦ ਇਹ ਇਤਿਹਾਸ 'ਚ ਕੁਝ ਮੈਂ ਗਲਤੀਆਂ ਵੀ ਕਰ ਰਿਹਾ ਹੋਵਾਂ, ਲੇਕਿਨ ਬਾਅਦ ਦੇ ਵਿੱਚ ਉਹ ਮਹਾਰਾਜਾ ਨਾ ਹੋ ਕੇ ਰਣਜੀਤ ਸਿੰਘ ਵਜੋਂ ਸਜ਼ਾ ਲਵਾਉਂਦਾ ਹੈ ਤੇ ਉਹ ਮਹਾਰਾਜਾ ਸੈਕੰਡਰੀ ਹੋ ਜਾਂਦਾ, ਪਹਿਲੋਂ ਸਿੱਖ ਵਜੋਂ ਉਹਨੂੰ ਅਕਾਲ ਤਖਤ ਸਾਹਿਬ ਨੂੰ ਮੰਨਣਾ ਪੈਂਦਾ। ਸੋ ਬੇਸ਼ੁਮਾਰ ਉਦਾਹਰਨਾਂ ਨੇ, ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਗਿਆਨੀ ਜੈਲ ਸਿੰਘ, ਕਿੰਨੇ ਨਾਂ ਨੇ ਜਿਹੜੇ ਆਪਣੇ ਆਪ 'ਚ ਫੰਨੇ ਖਾਂ ਸੀ ਲੇਕਿਨ ਝੁੱਕ ਕੇ ਆਏ, ਪ੍ਰਵਾਨ ਹੋਏ। ਸੋ ਇਹ ਮੈਨੂੰ ਲੱਗਦਾ ਕਿ ਤਖਤਾਂ ਦੀ ਮਰਿਆਦਾ ਤਾਂ ਵੱਡੀ ਹੈ, ਲੇਕਿਨ ਫੈਸਲੇ ਸਿਆਸੀ ਹੁੰਦੇ ਨਜ਼ਰ ਨਹੀਂ ਆਉਣੇ ਚਾਹੀਦੇ, ਕੌਮੀ ਹਿੱਤਾਂ 'ਚ ਹੋਣੇ ਚਾਹੀਦੇ। ਕਿਸੇ ਕਮਿਊਨਿਟੀ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ। ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਕਿਸੇ ਧਿਰ ਦਾ ਹੋ ਕੇ ਤੁਰਨਾ ਨਜ਼ਰ ਆਉਣਾ ਵੀ ਮਾੜੀ ਗੱਲ ਆ। ਖੈਰ ਅਸੀਂ ਕਿਸੇ ਤੇ ਕਿੰਤੂ ਨਹੀਂ ਕਰ ਰਹੇ, ਸਿੰਘ ਸਾਹਿਬ ਸੁਪਰੀਮ ਨੇ। ਭਾਸਕਰ ਸਾਹਿਬ ਮੈਨੂੰ ਲੱਗਦਾ ਅਸੀਂ ਕੱਲ ਫਿਰ ਇਹਨਾਂ ਵਿਸ਼ਿਆਂ ਤੇ, ਨਵੇਂ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ। ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸ਼ੁਕਰੀਆ ਜੀ।